ਹੜ੍ਹਾਂ ਨਾਲ ਨਜਿੱਠਣ ਵਿੱਚ ਨਾਕਾਮ ਰਹਿਣ ਤੇ ਸਰਕਾਰ ਘਿਰੀ ਹੋਈ ਹੈ। ਇਹ ਸਵਾਲ ਲਗਾਤਾਰ ਸਰਕਾਰ ਤੋਂ ਪੁੱਛਿਆ ਜਾ ਰਿਹਾ ਹੈ ਕਿ ਕਿਉਂ ਸਮਾਂ ਰਹਿੰਦੇ ਇੰਤਜ਼ਾਮ ਨਹੀਂ ਕੀਤੇ ਗਏ। ਇਸ ਸਭ ਦੇ ਵਿੱਚ ਹੜ੍ਹਾਂ ਵਿੱਚ ਨਜਿੱਠਣ ਵਿੱਚ ਨਾਕਾਮ ਰਹਿਣ ਦੀ ਸਫਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੇਸ਼ ਕੀਤੀ ਹੈ ਔਰ ਬੜੇ ਹੀ ਹਾਸੋਹੀਣੇ ਤਰਕ ਦੇ ਨਾਲ ਪੇਸ਼ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਤਾਂ ਸਤੰਬਰ ਵਿੱਚ ਹੜ੍ਹ ਆਉਂਦੇ ਸਨ, ਇਸ ਵਾਰ ਜਲਦੀ ਆ ਗਏ, ਇਸ ਕਰਕੇ ਮੁਸੀਬਤ ਹੈ। ਉਹਨਾਂ ਕਿਹਾ ਕਿ ਜੁਲਾਈ ਵਿੱਚ ਘੱਗਰ ਨੇ ਕਹਿਰ ਮਚਾਇਆ ਸੀ, ਅਗਸਤ ਵਿੱਚ ਸਤਲੁਜ ਨੇ, ਇਸ ਕਰਕੇ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਨਾਲ ਹੀ ਉਹਨਾਂ ਸਫਾਈ ਦਿੱਤੀ ਕਿ ਸਤੰਬਰ ਚ ਆਉਂਦੇ ਤਾਂ ਸ਼ਾਇਦ ਨਿਪਟ ਲੈਂਦੇ। ਹੜ੍ਹਾਂ ਨਾਲ ਨਜਿੱਠਣ ਲਈ ਸਮੇਂ ਸਿਰ ਤਿਆਰੀਆਂ ਨਾ ਹੋਣ ਤੇ ਸਰਕਾਰ ਘਿਰੀ ਹੋਈ ਹੈ। ਸਿਆਸੀ ਵਿਰੋਧੀ ਵੀ ਲੋਕ ਵੀ ਸਵਾਲ ਪੁੱਛ ਰਹੇ ਨੇ ਕਿ ਕਿਉਂ ਮੀਟਿੰਗਾਂ ਨਹੀਂ ਕੀਤੀਆਂ ਗਈਆਂ, ਕਿਉਂ ਤਿਆਰੀ ਨਹੀਂ ਕੀਤੀ ਗਈ। ਤੇ ਹੁਣ ਕਹਿਣਾ ਇਹ ਹੈ ਮੁੱਖ ਮੰਤਰੀ ਦਾ ਕਿ ਸਤੰਬਰ ਵਿੱਚ ਹੜ੍ਹ ਆਉਂਦੇ ਸੀ, ਪਹਿਲਾਂ ਆ ਗਏ, ਇਸ ਕਰਕੇ ਦਿੱਕਤ ਆ ਰਹੀ ਹੈ। ਉਹਨਾਂ ਨੇ ਲੋਕਾਂ ਨੂੰ ਘਰਾਂ ਚੋਂ ਨਿਕਲ ਕੇ ਕੈਂਪਾਂ ਤੇ ਗੁਰਦੁਆਰਿਆਂ ਵਿੱਚ ਜਾਣ ਦੀ ਅਪੀਲ ਕੀਤੀ ਹੈ। ਉਹਨਾਂ ਦਾ ਕਹਿਣਾ ਇਹ ਹੈ ਕਿ ਪੂਰੇ ਪਰਿਵਾਰ ਨੂੰ ਕੱਢਣਾ ਔਖਾ ਹੁੰਦਾ ਹੈ, ਇਸ ਲਈ ਵੱਧ ਤੋਂ ਵੱਧ 2 ਹੀ ਲੋਕ ਆਪਣੇ ਘਰ ਵਿੱਚ ਰਹਿਣ। ਬਾਕੀ ਜਿਹੜੇ ਸਰਕਾਰ ਵੱਲੋਂ ਕੈਂਪ ਚਲਾਏ ਜਾ ਰਹੇ ਨੇ, ਗੁਰਦੁਆਰਾ ਸਾਹਿਬ ਨੇ, ਉੱਥੇ ਜਾ ਕੇ ਉਹ ਰਹਿ ਸਕਦੇ ਨੇ ਕਿ ਅਗਰ ਕੋਈ ਸਥਿਤੀ ਹੋਰ ਜ਼ਿਆਦਾ ਖਰਾਬ ਹੁੰਦੀ ਹੈ ਤਾਂ ਲੋਕਾਂ ਨੂੰ ਆਰਾਮ ਨਾਲ ਕੱਢਿਆ ਜਾ ਸਕੇ। ਉਹਨਾਂ ਦਾ ਕਹਿਣਾ ਇਹ ਹੈ ਕਿ 18,000 ਦੇ ਕਰੀਬ ਲੋਕ ਅਜੇ ਵੀ ਨੇ ਜਿਹੜੇ ਘਰਾਂ ਦੇ ਵਿੱਚ ਮੌਜੂਦ ਨੇ। ਨਾਲ ਹੀ ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਰਾਹਤ ਦੇ ਕਾਰਜ ਚੱਲ ਰਹੇ ਨੇ, ਖਾਣ ਪੀਣ ਦੇ ਸਮਾਨ ਦੀ ਕੋਈ ਕਮੀ ਨਹੀਂ, ਦਵਾਈਆਂ ਦੀ ਕੋਈ ਕਮੀ ਨਹੀਂ। ਬਹੁਤ ਸਾਰੇ ਦਾਅਵੇ ਕੀਤੇ, ਲੇਕਿਨ ਜਿਹੜਾ ਤਰਕ ਦਿੱਤਾ ਉਹ ਆਪਦੇ ਆਪ 'ਚ ਹਾਸੋਹੀਣਾ ਹੈ ਕਿ ਪਹਿਲਾਂ ਸਤੰਬਰ ਵਿੱਚ ਆਉਂਦੇ ਸਨ, ਇਸ ਵਾਰੀ ਪਹਿਲਾਂ ਆ ਗਏ, ਇਸ ਕਰਕੇ ਸ਼ਾਇਦ ਸਮਾਂ ਨਹੀਂ ਮਿਲ ਸਕਿਆ। ਕਿਉਂਕਿ ਸਵਾਲ ਵਿਰੋਧੀ ਵੀ ਚੁੱਕ ਰਹੇ ਨੇ, ਲੋਕ ਵੀ ਚੁੱਕ ਰਹੇ ਨੇ ਕਿ ਕਿਉਂ ਸਮਾਂ ਰਹਿੰਦੇ ਤਿਆਰੀਆਂ ਨਹੀਂ ਕੀਤੀਆਂ ਗਈਆਂ। ਕੀ ਕੁਝ ਕਿਹਾ ਮੁੱਖ ਮੰਤਰੀ ਨੇ, ਆਓ ਸੁਣਦੇ ਹਾਂ। ਜਿਹੜੇ ਹੁਣ ਇਸ ਵੇਲੇ ਪੰਜਾਬ ਦੇ ਹੜ੍ਹਾਂ ਦੇ ਵਿੱਚੋਂ ਗੁਜ਼ਰੇ ਹੈ, ਇਹ ਕੁਝ ਦਿਨਾਂ ਤੋਂ ਸ਼ੁਰੂ ਹੋਇਆ ਹੈ। ਇਹ ਬੜੀ ਇੱਕ ਇਹੋ ਜਿਹੀ ਸਮੱਸਿਆ ਬਣੀ ਹੋਈ ਹੈ ਜਿਹੜੀ ਪਹਿਲਾਂ ਕਦੇ ਨਹੀਂ ਹੋਈ। ਜਿਹੜੀ ਹੜ੍ਹ ਆਉਂਦੇ ਸੀ ਉਹ ਸਤੰਬਰ ਦੇ ਮਹੀਨੇ 'ਚ ਆਉਂਦੇ ਸੀ। ਐਤਕੀ ਜੁਲਾਈ 'ਚ ਪਹਿਲਾ ਹੜ੍ਹ ਆਇਆ, ਫਿਰ ਘੱਗਰ ਦਾ, ਫਿਰ ਹੁਣ ਸਤਲੁਜ ਔਰ ਬਿਆਸ ਹੁਣ ਅਗਸਤ ਦੇ ਮਹੀਨੇ 'ਚ ਆ ਗਿਆ। ਔਰ ਮੈਂ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ 'ਚ ਨਾ ਹੋਰ ਹੋਵੇ ਬਾਰਿਸ਼ ਉੱਪਰ ਕੈਚਮੈਂਟ ਏਰੀਆ 'ਚ, ਤਾਂ ਕਿ ਹੋਰ ਨੁਕਸਾਨ ਨਾ ਹੋਵੇ ਪੰਜਾਬ ਦਾ। ਹਾਲਾਤ ਇਹ ਨੇ ਕਿ ਹਾਲੇ ਵੀ ਲੋਕ ਉੱਥੇ ਬਹੁਤ ਆਪਣੇ ਕੋਠਿਆਂ ਤੇ ਬੈਠੇ ਨੇ। ਕੋਸ਼ਿਸ਼ ਸਾਡੀ ਇਹ ਹੈ ਕਿ ਉਹਨਾਂ ਨੂੰ ਉੱਥੋਂ ਆਪਣੇ ਕੈਂਪਾਂ ਦੇ ਵਿੱਚ ਜਾਂ ਗੁਰਦੁਆਰੇ ਸਾਹਿਬ ਜਿੱਥੇ ਵੀ ਸਾਰੇ ਲੱਗੇ ਹੋਏ ਨੇ ਲੋਕ, ਉੱਥੇ ਆ ਕੇ ਉਹ ਰਹਿਣ ਤਾਂ ਕਿ ਕੋਈ ਉਹਨਾਂ ਦਾ ਜਾਨੀ ਖਤਰਾ ਨਾ ਹੋਵੇ। 18,000 ਨੇ ਇਸ ਵੇਲੇ ਘਰਾਂ ਦੇ ਵਿੱਚ ਬੈਠੇ। ਬਾਹਰ ਆ ਕੇ ਕੈਂਪਾਂ 'ਚ ਰਹੋ ਕਿ ਇਹੋ ਜਿਹੀ ਗੱਲ ਨਾ ਹੋਏ ਕਿ ਹੜ੍ਹ ਦੁਬਾਰਾ ਆ ਜਾਏ ਬਾਰਿਸ਼ ਕਰਕੇ ਔਰ ਉਹਦੇ ਨਾਲ ਹੋਰ ਘਰ ਡਿੱਗਣ ਲੱਗ ਜਾਣ ਜਾਂ ਕੋਈ ਹੋਰ ਤਕਲੀਫ ਐਸੀ ਹੋ ਜਾਏ। तो 2 ਬੰਦਿਆਂ ਨੂੰ ਕੱਢਣਾ ਆਸਾਨ ਹੈ, ਪੂਰੇ ਪਰਿਵਾਰ ਨੂੰ ਕੱਢਣਾ ਬੜਾ ਮੁਸ਼ਕਿਲ ਹੋ ਜੂ। 18,000 ਕੋਈ ਛੋਟੀ ਗੱਲ ਨਹੀਂ। ਤਾਂ ਮੇਰੀ ਬੇਨਤੀ ਹੈ ਕਿ ਸਿਰਫ 2 ਬੰਦੇ ਆਪਣੇ ਘਰਾਂ 'ਚ ਰਹਿ ਜਾਓ, ਬਾਕੀ ਆਪਣੇ ਪਰਿਵਾਰਾਂ ਨੂੰ ਬਾਹਰ ਭੇਜੋ, ਬੱਚਿਆਂ ਨੂੰ, ਬੀਬੀਆਂ ਨੂੰ, ਬਜ਼ੁਰਗਾਂ ਨੂੰ, ਸਾਰਿਆਂ ਨੂੰ, ਤਾਂ ਕਿ ਆ ਕੇ ਕੈਂਪਾਂ 'ਚ ਰਹਿ ਸਕਣ। ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫੌਜ ਲੱਗੀ ਹੋਈ ਹੈ, 에ਅਰ ਫੋਰਸ ਲੱਗੀ ਹੈ, ਪੰਜਾਬ ਸਰਕਾਰ ਲੱਗੀ ਹੈ, ਪੈਸਿਆਂ ਦੀ ਕੋਈ ਘਾਟ ਨਹੀਂ। जी हाँ, ये गल बिल्कुल ठीक है। अपील कर रहे हैं कि ज़्यादा लोग घरों में ना रुकन कि अगर बारिश होंदी है, हड़ पहलों तो ही पानी पहलों तो पद्धर जिहड़ा वो हजे भी है, पानी खड़ा होया तो लोगों को दिक्कत ना हो जाए। थोड़े लोगों को कढ़ना ज़्यादा ठीक आसान हो जाता है। पर यह जिहड़ा कहना कि सतंबर में पहला हड़ आउंदे सन, इस बारी पहला आ गए, पहला घग्गर दरिया ने मार मारी सी, ये जरूर सवाल चुकता है। मेरे नाल मेरे सहयोगी पतरस मसीह ने, उन्होंने को चलते हैं। पतरस, तुसीं पिछले कई दिनों तो ग्राउंड तो इस सिचुएशन को कवर कर रहे हो, जो हालात बने हुए हैं, जगह जगह का तुसीं देखिया कि दौरा भी किया, हालात भी दर्शकों तक पहुँचाए। ये वाकई तुहानूं लगता है कि तर्क जिहड़ा CM साहब दे रहे हैं ये लोगों को हजम होगा जिहड़ा इस वेले हड़ां दे विच इन्नी मुसीबत विच फसे हुए हैं? क्योंकि सवाल ये चुक्या जा रहा है कि पहलां तो तैयारी नहीं की, तर्क ये है कि सितंबर च आउंदे सी, पहलां आ गए हड़। जी नरेंद्र, वेखो ਜਿਹੜੇ ਹਾਲਾਤ ਇਸ ਵਕਤ ਬਣੇ ਹੈਗੇ ਨੇ ਜਲੰਧਰ ਜ਼ਿਲ੍ਹੇ ਦੇ ਔਰ ਖਾਸ ਤੌਰ ਤੇ ਸ਼ਾਹਕੋਟ ਦੇ ਬਲਾਕ ਲੋਹੀਆਂ ਦੇ, ਮੈਨੂੰ ਲੱਗਦਾ ਕਿ ਨਾ ਤਾਂ ਪ੍ਰਸ਼ਾਸਨ ਨੂੰ ਇੰਨੀ ਉਮੀਦ ਹੋਏਗੀ, ਨਾ ਹੀ ਜਿਹੜੀ ਸੂਬਾ ਸਰਕਾਰ ਹੈ ਉਸ ਨੂੰ ਲੱਗਦਾ ਹੋਇਆ ਕਿ ਹਾਲਾਤ ਇੰਨੇ ਜ਼ਿਆਦਾ ਵਿਗੜ ਜਾਣਗੇ। ਕਿਉਂਕਿ ਪਿਛਲੇ ਕਈ ਦਿਨਾਂ ਤੋਂ ਅਸੀਂ ਇਸ ਹਲਕੇ ਦੇ ਵਿੱਚ ਵਿਚਰ ਰਹੇ ਹਾਂ ਔਰ ਮੈਂ ਤੁਹਾਨੂੰ ਦੱਸਦਾ ਕਿ ਲੋਕਾਂ ਦੇ ਨਾਲ ਗੱਲ ਕਰਨਾ ਇੰਨਾ ਮੁਸ਼ਕਿਲ ਆ। ਲੋਕ ਇੰਨੇ ਜ਼ਿਆਦਾ ਖਪੇ ਹੋਏ ਨੇ, ਇੰਨੇ ਜ਼ਿਆਦਾ ਗੁੱਸੇ ਵਿੱਚ ਨੇ ਸਰਕਾਰ ਦੇ ਰਵੱਈਏ ਦੇ ਪ੍ਰਤੀ, ਕਿਉਂਕਿ ਬੇਸ਼ੱਕ ਲੋਕ ਇਸ ਨੂੰ ਇੱਕ ਕੁਦਰਤੀ ਕਰੋਪੀ ਵੀ ਕਹਿ ਰਹੇ ਨੇ, ਜਾਂ ਕੁਝ ਲੋਕ ਜਾਂ ਸੂਬਾ ਸਰਕਾਰ ਦੇ
ਵੱਲੋਂ ਵੀ ਕਿਹਾ ਜਾ ਰਿਹਾ ਕਿ ਕੁਦਰਤੀ ਆਫਤ ਹੈਗੀ ਹੈ, ਪਰ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਬੇਹੱਦ ਜ਼ਿਆਦਾ ਗੁੱਸਾ ਹੈ ਕਿ ਇਹਨਾਂ ਹੜ੍ਹਾਂ ਦੇ ਨਾਲ ਅਜਿਹੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਪਹਿਲਾਂ ਤੋਂ ਤਿਆਰੀ ਕਿਉਂ ਨਹੀਂ ਕੀਤੀ ਗਈ। ਹੁਣ ਸੂਬਾ ਸਰਕਾਰ ਦੇ ਵੱਲੋਂ ਜਿਹੜੇ ਮੁਆਵਜ਼ੇ ਅਨਾਉਂਸ ਕੀਤੇ ਜਾ ਰਹੇ ਨੇ, ਕਈ ਤਰ੍ਹਾਂ ਦੀਆਂ ਅਨਾਉਂਸਮੈਂਟਸ ਕੀਤੀਆਂ ਜਾ ਰਹੇ ਨੇ, ਇਹੀ ਸਾਰੇ ਫੰਡ ਜੇ ਕਿਤੇ ਪਹਿਲਾਂ ਅਜਿਹੀਆਂ ਥਾਵਾਂ ਦੇ ਉੱਤੇ ਵਰਤੇ ਜਾਂਦੇ, ਅਜਿਹੇ ਜਿਹੜੇ ਹਾਲਾਤ ਬਣ ਰਹੇ ਨੇ ਇਹਨਾਂ ਦੀ ਰੋਕਥਾਮ ਵਾਸਤੇ ਜਾਂ ਦਰਿਆਵਾਂ ਦੀ ਸਾਫ਼ ਸਫਾਈ ਵਾਸਤੇ, ਬੰਨਾਂ ਨੂੰ ਪੱਕਾ ਕਰਨ ਵਾਸਤੇ ਇਸਤੇਮਾਲ ਕੀਤੇ ਜਾਂਦੇ ਤਾਂ ਅਜਿਹੇ ਹਾਲਾਤ ਨਾ ਬਣਦੇ। ਆਮ ਲੋਕਾਂ ਦੇ ਨਾਲ ਜਿਹੜਾ ਸਿਆਸੀ ਵਿਰੋਧੀ ਧਿਰਾਂ ਨੇ ਉਹਨਾਂ ਨੇ ਵੀ ਸੂਬਾ ਸਰਕਾਰ ਨੂੰ ਪੂਰੀ ਤਰ੍ਹਾਂ ਦੇ ਨਾਲ ਇਸ ਮੁੱਦੇ ਦੇ ਉੱਤੇ ਘੇਰਿਆ ਹੋਇਆ। ਸੂਬਾ ਸਰਕਾਰ ਚਾਰੇ ਪਾਸਿਓਂ ਘਿਰੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਔਰ ਅੱਜ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਆਏ ਸੀ, ਉਹਨਾਂ ਨਾਲ ਵੀ ਜਦ ਲੋਕਾਂ ਨੇ ਗੱਲਬਾਤ ਕੀਤੀ ਤਾਂ ਲੋਕਾਂ ਦੇ ਮਨ ਦੇ ਵਿੱਚ ਇੱਕ ਤਾਂ ਪ੍ਰਬੰਧਾਂ ਨੂੰ ਲੈ ਕੇ ਗੁੱਸਾ ਹੈ, ਦੂਸਰੀ ਗੱਲ ਇਹ ਜਿਹੜਾ ਕਈਆਂ ਥਾਵਾਂ ਦੇ ਉੱਤੇ ਬਹੁਤੇ ਲੋਕਾਂ ਨੇ ਇਹ ਸਾਨੂੰ ਗੱਲਾਂ ਦੱਸੀਆਂ ਨੇ, ਚਾਹੇ ਉਹ ਅਸੀਂ ਲੋਕਾਂ ਦੇ ਇੰਟਰਵਿਊਜ਼ ਕੀਤੇ ਨੇ, ਚਾਹੇ ਉਹ ਨੇਤਾਵਾਂ ਨੂੰ ਮਿਲੇ ਨੇ, ਕਿ ਜਿਹੜੀ ਇਲੀਗਲ ਮਾਈਨਿੰਗ ਹੁੰਦੀ ਆ ਉਸ ਦੇ ਨਾਲ ਅਜਿਹੇ ਹਾਲਾਤ ਬਣੇ ਨੇ। ਲੋਕ ਇਹ ਆਖ ਰਹੇ ਨੇ ਕਿ ਸੂਬਾ ਸਰਕਾਰ ਦੇ ਵੱਲੋਂ ਇਲੀਗਲ ਜਿਹੜੀ ਮਾਈਨਿੰਗ ਹੈ ਉਹ ਕਿਉਂ ਨਹੀਂ ਰੋਕੀ ਜਾ ਰਹੀ। ਇੱਕ ਪਾਸੇ ਸ਼ਾਹਕੋਟ ਔਰ ਫਲੋਰ ਦੇ ਵਿੱਚ ਇਲੀਗਲ ਮਾਈਨਿੰਗ ਨਹੀਂ ਰੋਕ ਰਹੀ ਔਰ ਦੂਸਰੇ ਪਾਸੇ ਜਿਹੜਾ ਗਿੱਦੜ ਪਿੰਡੀ ਦਾ ਇਲਾਕਾ ਆ ਉਸ ਪਾਸੇ ਦਰਿਆਵਾਂ ਦਾ ਬੇਸ ਇੰਨਾ ਉੱਚਾ ਹੈ, ਮਿੱਟੀ ਇੰਨੀ ਜ਼ਿਆਦਾ ਦਰਿਆਵਾਂ ਦੇ ਵਿੱਚ ਹੈਗੀ ਹੈ ਕਿ ਸਫਾਈ ਨਹੀਂ ਕਰਵਾਈ ਗਈ ਸਰਕਾਰ ਦੇ ਵੱਲੋਂ, ਜਿਸ ਕਰਕੇ ਇਹ ਹਾਲਾਤ ਬਣੇ ਹੈਗੇ ਨੇ। ਸੋ ਸਰਕਾਰ ਆਪਣੇ ਤਰਕ ਦੇ ਰਹੀ ਹੈ, ਪਰ ਇਹ ਜਿਹੜਾ ਤਰਕ ਸਰਕਾਰ ਨੇ ਦਿੱਤਾ ਹੈ ਲੋਕਾਂ ਨੂੰ ਹਜ਼ਮ ਹੁੰਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਲੋਕ ਬੇਹੱਦ ਖਫਾ ਹੈਗੇ ਨੇ। ਲੋਕ ਇਸ ਵਕਤ ਸਰਕਾਰ ਤੋਂ ਜਵਾਬ ਮੰਗ ਰਹੇ ਨੇ ਕਿ ਆਖਰ 2.5 ਸਾਲ ਤੁਹਾਡੇ ਜਿਹਨ ਦੇ ਵਿੱਚ ਇਹ ਗੱਲਾਂ ਕਿਉਂ ਨਹੀਂ ਆਈਆਂ। ਔਰ ਹਾਲ ਦੀ ਘੜੀ ਬੀਤੇ ਦਿਨ ਵੀ ਜਿਹੜਾ ਮੁੱਖ ਮੰਤਰੀ ਦਾ ਦੌਰਾ ਸੀ, ਹਾਲਾਂਕਿ ਮੁੱਖ ਮੰਤਰੀ ਨੇ ਕਾਫੀ ਲੋਕਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਆ, ਪਹਿਲਾਂ ਏਰੀਅਲ ਵਿਊ ਲਿਆ, ਫਿਰ ਸੜਕੀ ਮਾਰਗ ਰਾਹੀਂ ਕੁਝ ਲੋਕਾਂ ਤੱਕ ਪਹੁੰਚਿਆ ਵੀ ਨੇ, ਪਰ ਲੋਕਾਂ ਦਾ ਗੁੱਸਾ ਹਾਲੇ ਵੀ ਠੰਡਾ ਹੁੰਦਾ ਨਜ਼ਰ ਨਹੀਂ ਆ ਰਿਹਾ। ਲੋਕਾਂ ਦੇ ਮਨ ਦੇ ਵਿੱਚ ਇਹੀ ਹੈ ਕਿ ਸਰਕਾਰ ਨੇ ਪਹਿਲਾਂ ਤਿਆਰੀ ਕਿਉਂ ਨਹੀਂ ਕੀਤੀ। ਜੇਕਰ ਪਹਿਲਾਂ ਤਿਆਰੀ ਕੀਤੀ ਹੁੰਦੀ ਤਾਂ ਇਹ ਹਾਲਾਤ ਨਾ ਬਣਦੇ। ਵਿਰੋਧੀ ਧਿਰਾਂ ਦੇ ਵੱਲੋਂ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਅੱਜ ਮੀਡੀਆ ਦੇ ਨਾਲ ਵੀ ਗੱਲਬਾਤ ਦੌਰਾਨ ਦੱਸਿਆ ਗਿਆ, ਕੇਂਦਰੀ ਮੰਤਰੀ ਦੇ ਵੱਲੋਂ ਜਿਹੜੇ ਲੋਕ ਉਹਨਾਂ ਨੂੰ ਮਿਲ ਰਹੇ ਸਨ ਹੜ੍ਹ ਪੀੜਤ, ਉਹਨਾਂ ਨੂੰ ਵੀ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੇ ਕੋਲ ਜਿਹੜਾ NDRF ਹੈ, ਨੈਸ਼ਨਲ ਡਿਜ਼ਾਸਟਰ ਜਿਹੜਾ ਮੈਨੇਜਮੈਂਟ ਹੈ, ਉਹਦਾ 475 ਕਰੋੜ ਰੁਪਇਆ ਸੂਬਾ ਸਰਕਾਰ ਦੇ ਖਾਤੇ ਦੇ ਵਿੱਚ ਹੈਗਾ। ਸੂਬਾ ਸਰਕਾਰ ਉਸ ਨੂੰ ਖਰਚ ਸਕਦੀ ਹੈ, ਉਹ ਕਿਉਂ ਨਹੀਂ ਖਰਚਿਆ ਗਿਆ। ਸੂਬਾ ਸਰਕਾਰ ਨੇ ਉਹ ਚੀਜ਼ਾਂ ਕਿਉਂ ਨਹੀਂ ਇਸਤੇਮਾਲ ਕੀਤੀਆਂ। ਸੋ ਆਮ ਲੋਕਾਂ ਦੇ ਗੁੱਸੇ ਦਾ ਵੀ ਸਰਕਾਰ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਸਿਆਸੀ ਜਿਹੜੀਆਂ ਧਿਰਾਂ ਹੈਗੀਆਂ ਨੇ, ਸਿਆਸੀ ਵਿਰੋਧੀਆਂ ਨੇ ਵੀ ਸੂਬਾ ਸਰਕਾਰ ਨੂੰ ਘੇਰਿਆ ਹੋਇਆ, ਪਰ ਇਹ ਜਿਹੜੇ ਤਰਕ ਦਿੱਤੇ ਜਾ ਰਹੇ ਨੇ ਇਹ ਗਲੇ ਤੋਂ ਹੇਠਾਂ ਨਹੀਂ ਉਤਰ ਰਹੇ। ਲੋਕਾਂ ਨੂੰ ਵੀ ਇਹ ਚੀਜ਼ਾਂ ਹਜ਼ਮ ਨਹੀਂ ਹੋ ਰਹੀਆਂ। ਜੀ ਨਰਿੰਦਰ, ਬਹੁਤ ਧੰਨਵਾਦ ਪਤਰਸ। ਜ਼ਾਹਿਰ ਹੈ ਇਹ ਚੀਜ਼ ਕਿਵੇਂ ਕੋਈ ਜਿਸ ਦਾ ਘਰ ਉਜੜ ਗਿਆ ਹੋਵੇ, ਜਿਸ ਦੀ ਰੋਜ਼ੀ ਰੋਟੀ ਉਜੜ ਗਈ ਹੋਵੇ, ਜਿਸ ਦੀ ਫਸਲ ਬਰਬਾਦ ਹੋ ਗਈ ਹੋਵੇ, ਉਹ ਇਸ ਤਰਕ ਨੂੰ ਕਿਵੇਂ ਹਜ਼ਮ ਕਰੇਗਾ, ਕਿਵੇਂ ਗਲੇ ਤੋਂ ਉਤਾਰੇਗਾ ਕਿ ਸਰਕਾਰ ਕਹਿ ਰਹੀ ਹੈ ਕਿ ਪਹਿਲਾਂ ਸਤੰਬਰ ਵਿੱਚ ਹੜ੍ਹ ਆਉਂਦੇ ਸਨ, ਐਤਕੀ ਪਹਿਲਾਂ ਆ ਗਏ, ਅਗਸਤ 'ਚ ਆ ਗਏ, ਇਹ ਇਸ ਕਰਕੇ ਸ਼ਾਇਦ ਤਿਆਰੀ ਪੂਰੀ ਨਹੀਂ ਹੋ ਸਕੀ। ਇਹ ਬਹੁਤ ਜਿਸ ਨੂੰ ਕਹੀਏ ਕਿ ਜ਼ਖਮਾਂ ਨੂੰ ਕੁਰੇਦਣ ਵਾਲੀ ਗੱਲ ਹੈ। ਜਿਹੜੇ ਲੋਕ ਪਹਿਲਾਂ ਤੋਂ ਹੀ ਮਾਰ ਦੇ ਵਿੱਚ ਫਸੇ ਹੋਏ ਨੇ, ਹੁਣ ਤਾਂ ਜ਼ਰੂਰਤ ਰਾਹਤ ਦੀ ਹੈ ਕਿ ਕਿਸੇ ਤਰੀਕੇ ਨਾਲ ਲੋਕਾਂ ਤੱਕ ਰਾਹਤ ਪਹੁੰਚਾਈ ਜਾਏ। ਹਾਲਾਂਕਿ ਮੁੱਖ ਮੰਤਰੀ ਇਹ ਵੀ ਦਾਅਵਾ ਕਰ ਰਹੇ ਨੇ ਕਿ ਬਹੁਤ ਕੁਝ ਜਿਹੜਾ ਉਹ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਰਾਹਤ ਪਹੁੰਚਾਉਣ ਦੇ ਲਈ।